जीएसटी ਦਾ ਫੁੱਲ ਫਾਰਮ ਹੈ ਗੁਡਸ ਐਂਡ ਸਰਵਿਸ ਟੈਕਸ ਹੈ ਭਾਰਤ ਸਰਕਾਰ ਦੁਆਰਾ ਲਾਗੂ ਕੀਤੀ ਗਈ ਨਵੀਨਤਮ ਮਿਆਦ ਹੈ। ਇਸ ਲਈ ਸਰਕਾਰੀ ਪ੍ਰੀਖਿਆਵਾਂ ਵਿੱਚ ਜੀਐਸਟੀ ਬਾਰੇ ਆਮ ਗਿਆਨ ਦੇ ਸਵਾਲ ਪੁੱਛੇ ਜਾ ਸਕਦੇ ਹਨ। ਇਸ ਲਈ ਅਸੀਂ ਸਭ ਤੋਂ ਮਹੱਤਵਪੂਰਨ ਜੀਐਸਟੀ ਸੰਬੰਧੀ ਜਾਣਕਾਰੀ ਪੇਸ਼ ਕਰ ਰਹੇ ਹਾਂ। ਇਹਨਾਂ ਵਿੱਚੋਂ ਅਕਸਰ ਪੁੱਛੇ ਜਾਣ ਵਾਲੇ ਜੀਐਸਟੀ ਜਾਣਕਾਰੀ ਤੇ ਇੱਕ ਨਜ਼ਰ ਮਾਰੋ ਅਤੇ ਧਿਆਨ ਵਿੱਚ ਰੱਖੋ ਜੀ। ਫਰਾਂਸ ਜੀਐਸਟੀ ਲਾਗੂ ਕਰਨ ਵਿੱਚ ਦੁਨੀਆ ਦਾ ਪਹਿਲਾ ਦੇਸ਼ ਸੀ। ਭਾਰਤ ਦਾ ਜੀਐਸਟੀ ਮਾਡਲ ਕੈਨੇਡਾ ਦੇ ਜੀਐਸਟੀ ਮਾਡਲ ਤੇ ਆਧਾਰਿਤ ਹੈ। ਭਾਰਤ ਵਿੱਚ ਜੀਐਸਟੀ 1 ਜੁਲਾਈ 2017 ਨੂੰ ਲਾਗੂ ਕੀਤਾ ਗਿਆ ਸੀ। ਜੀਐਸਟੀ ਲਾਗੂ ਕਰਨ ਦਾ ਸੁਝਾਅ ਵਿਜੇ ਕੇਲਕਟ ਕਮੇਟੀ ਨੇ ਦਿੱਤਾ ਸੀ। ਜੀਐਸਟੀ ਦੇ ਬ੍ਰਾਂਡ ਅੰਬੈਸਡਰ ਮੈਗਾ ਸਟਾਰ ਅਮਿਤਾਭ ਬੱਚਨ ਹਨ। ਅਸਾਮ ਇੱਕ ਜੀਐਸਟੀ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਸੀ। ਜੀਐਸਟੀ ਕੌਂਸਲ ਵਿੱਚ ਕੁੱਲ 33 ਮੈਂਬਰ ਹਨ। ਭਾਰਤ ਵਿੱਚ ਜੀਐਸਟੀ ਐਕਟ 101 ਦੇ ਅਨੁਸਾਰ ਲਾਗੂ ਕੀਤਾ ਗਿਆ ਸੀ। ਰਾਸ਼ਟਰਪਤੀ ਨੇ 8 ਸਤੰਬਰ 2016 ਨੂੰ ਜੀਐਸਟੀ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਜਦੋਂ VOTING ਹੋਈ ਤਾਂ ਜੀਐਸਟੀ ਦੇ ਹੱਕ ਵਿੱਚ ਕੁੱਲ 336 ਵੋਟਾਂ ਪਈਆਂ ਸਨ ਅਤੇ ਸਿਰਫ 11 ਵੋਟਾਂ ਜੀਐਸਟੀ ਦੇ ਵਿਰੋਧ ਵਿੱਚ ਪਈਆਂ ਸਨ। ਜੀਐਸਟੀ ਟੈਕਸ ਪ੍ਰਣਾਲੀ ਦੇ ਤਹਿਤ ਆਉਣ ਵਾਲੇ ਵਿਅਕਤੀ ਲਈ 5 ਸਾਲ ਦੀ ਕੈਦ ਰੱਖੀ ਹੈ। ਜਿਹੜਾ ਜੀਐਸਟੀ ਦਾ ਭੁਗਤਾਨ ਨਹੀਂ ਕਰਦਾ। ਜੀਐਸਟੀ ਇੱਕ ਅਸਿੱਧਾ ਟੈਕਸ ਹੈ। ਉਮੀਦ ਹੈ ਕਿ ਇਹ ਜਾਣਕਾਰੀ ਤੁਹਾਨੂੰ ਜੀਐਸਟੀ ਬਾਰੇ ਮਹੱਤਵਪੂਰਨ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਕਰੇਗੀ। ਜੀਐਸਟੀ ਕੀ ਹੈ? ਜੀਐਸਟੀ ਅਸਿੱਧੇ ਟੈਕਸ ਦਾ ਇੱਕ ਰੂਪ ਹੈ। ਜਿਵੇਂ ਕਿ ਸਰਵਿਸ ਟੈਕਸ ਜਾਂ ਵੈਟ ਅਪਰੋਪਰੀਏਸ਼ਨ ਟੈਕਸ। ਇਸ ਦਾ ਉਦੇਸ਼ ਭਾਰਤੀ ਬਾਜ਼ਾਰ ਨੂੰ ਮਜ਼ਬੂਤ ਕਰਨਾ ਹੈ ਅਤੇ ਪੂਰੇ ਦੇਸ਼ ਲਈ ਟੈਕਸ ਵਜੋਂ ਕੰਮ ਕਰੇਗਾ। ਜੀਐਸਟੀ ਉਤਪਾਦਾਂ ਤੋਂ ਖਪਤਕਾਰਾਂ ਤੱਕ ਸਾਰੀਆਂ ਵਸਤਾਂ ਅਤੇ ਸੇਵਾਵਾਂ ਦੀ ਸਪਲਾਈ ਤੇ ਲਾਗੂ ਹੋਵੇਗਾ। ਇਹ ਹਰੇਕ ਪੜਾਅ ਤੇ ਅਦਾ ਕੀਤੇ ਸਾਰੇ ਟੈਕਸਾਂ ਦਾ ਟੈਕਸ ਕ੍ਰੈਡਿਟ ਪ੍ਰਦਾਨ ਕਰੇਗਾ। ਇਸ ਤਰ੍ਹਾਂ ਹਰੇਕ ਪੜਾਅ ਤੇ ਮੁੱਲ ਜੋੜਨ ਲਈ ਟੈਕਸ ਲਗਾਉਣ ਲਈ ਇੱਕ ਪ੍ਰਣਾਲੀ ਪ੍ਰਦਾਨ ਕਰੇਗਾ। ਕਿਸੇ ਵੀ ਵਸਤੂ ਜਾਂ ਸੇਵਾਵਾਂ ਨੂੰ ਪ੍ਰਾਪਤ ਕਰਨ ਦੇ ਅੰਤਮ ਪੜਾਅ ਤੇ ਉਪਭੋਗਤਾ ਡੀਲਰ ਦੁਆਰਾ ਅਦਾ ਕੀਤੇ ਟੈਕਸਾਂ ਦਾ ਭੁਗਤਾਨ ਕਰਨ ਲਈ ਉਸ ਤੋਂ ਪਹਿਲਾਂ ਜ਼ਿੰਮੇਵਾਰ ਹੋਵੇਗਾ ਅਤੇ ਪਹਿਲਾਂ ਅਦਾ ਕੀਤੇ ਗਏ ਸਾਰੇ ਟੈਕਸਾਂ ਲਈ ਸੈਟ ਅਪ ਕਰਨ ਦੇ ਯੋਗ ਹੋਵੇਗਾ। ਜੀਐਸਟੀ ਨੂੰ ਭਾਰਤ ਵਿੱਚ ਟੈਕਸ ਢਾਂਚੇ ਨੂੰ ਮਿਆਰੀ ਬਣਾਉਣ ਦੇ ਉਦੇਸ਼ ਨਾਲ ਲਾਗੂ ਕੀਤਾ ਗਿਆ ਹੈ, ਜੋ ਇਸ ਦੀ ਟੈਗਲਾਈਨ ਇੱਕ ਦੇਸ਼ ਲਈ ਇੱਕ ਟੈਕਸ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ। ਭਾਰਤੀ ਅਰਥਵਿਵਸਥਾ ਨੂੰ ਜੀਐਸਟੀ ਦੇ ਲਾਭ। ਜੀਐਸਟੀ ਦਾ ਲਾਭ ਵੱਖ-ਵੱਖ ਤਰੀਕਿਆਂ ਨਾਲ ਖਪਤਕਾਰਾਂ ਦੇ ਵੱਖ-ਵੱਖ ਸਮੂਹਾਂ ਨੂੰ ਮਿਲੇਗਾ। ਆਓ ਇਹਨਾਂ ਲਾਭਾਂ ਨੂੰ ਇੱਕ ਨਿੱਜੀ ਨਜ਼ਰੀਏ ਤੋਂ ਵੇਖੀਏ। ਕਾਰੋਬਾਰਾਂ ਲਈ ਲਾਭ। 1. ਆਮ ਤੌਰ ਤੇ ਕਾਰੋਬਾਰਾਂ ਅਤੇ ਖਪਤਕਾਰਾਂ ਨੂੰ ਟੈਕਸ ਪ੍ਰਣਾਲੀ ਦੀਆਂ ਜ਼ਰੂਰਤਾਂ ਦੀ ਪਾਲਣਾ ਕਰਨਾ ਆਸਾਨ ਹੋਵੇਗਾ, ਕਿਉਂਕਿ ਇਹ ਇੱਕ ਵਿਆਪਕ ਇੱਟ ਪ੍ਰਣਾਲੀ ਦੁਆਰਾ ਸਮਰਥਿਤ ਹੋਵੇਗੀ। ਇਹ ਸਾਰੀਆਂ ਸੇਵਾਵਾਂ ਜਿਵੇਂ ਕਿ ਰਜਿਸਟ੍ਰੇਸ਼ਨ, ਰਿਟਰਨ ਭਰਨ ਅਤੇ ਟੈਕਸਾਂ ਦਾ ਭੁਗਤਾਨ ਇੱਕ ਆਨਲਾਈਨ ਸਿਸਟਮ ਰਾਹੀਂ ਉਪਲਬਧ ਕਰਵਾਏਗਾ। ਇਸ ਤਰ੍ਹਾਂ ਕੋਈ ਵੀ ਜੀਐਸਟੀ ਦੀਆਂ ਰਸਮਾਂ ਨੂੰ ਆਸਾਨ ਤਰੀਕੇ ਨਾਲ ਪੂਰਾ ਕਰ ਸਕਦਾ ਹੈ। 2. ਪੂਰੇ ਦੇਸ਼ ਵਿੱਚ ਕਾਰੋਬਾਰ ਚਲਾਉਣ ਲਈ ਇਹ ਇੱਕ ਨਿਰਪੱਖ ਪ੍ਰਕਿਰਿਆ ਬਣ ਜਾਵੇਗੀ। ਇੱਕ ਆਮ ਟੈਕਸ ਦਰ ਢਾਂਚਾ ਲੋਕਾਂ ਨੂੰ ਕਿਸੇ ਵੀ ਸਥਾਨ ਤੇ ਕਾਰੋਬਾਰ ਸ਼ੁਰੂ ਕਰਨ ਅਤੇ ਚਲਾਉਣ ਦੀ ਇਜਾਜ਼ਤ ਦਿੰਦਾ ਹੈ। 3. ਟੈਕਸ ਦੀ ਇਹ ਪ੍ਰਣਾਲੀ ਟੈਕਸਾਂ ਦੇ ਪ੍ਰਭਾਵ ਨੂੰ ਖਤਮ ਕਰਦੀ ਹੈ, ਇਸ ਤਰ੍ਹਾਂ ਵਪਾਰ ਕਰਨ ਦੀਆਂ ਲੁਕੀਆਂ ਹੋਈਆਂ ਲਾਗਤਾਂ ਨੂੰ ਘਟਾਉਂਦੀ ਹੈ। 4. ਟੈਕਸ ਦਰਾਂ ਵਿੱਚ ਕਮੀ ਅਤੇ ਉਹਨਾਂ ਵਿੱਚ ਇਕਸਾਰਤਾ ਸਾਰੇ ਉਦਯੋਗਾਂ ਵਿੱਚ ਵਧੀ ਹੋਈ ਮੁਕਾਬਲੇਬਾਜ਼ੀ ਲਈ ਰਾਹ ਪੱਧਰਾ ਕਰੇਗੀ। ਸਰਕਾਰਾਂ ਨੂੰ ਫਾਇਦਾ। ਨੰਬਰ 1. ਹੁਣ ਤੱਕ, ਕੇਂਦਰ ਅਤੇ ਰਾਜ ਸਰਕਾਰਾਂ ਬਹੁਤ ਸਾਰੇ ਅਸਿੱਧੇ ਟੈਕਸਾਂ ਦਾ ਸੰਚਾਲਨ ਕਰ ਰਹੀਆਂ ਸਨ, ਜਿਸ ਵਿੱਚ ਬਹੁਤ ਸਾਰੇ ਨਿਯਮ ਅਤੇ ਨਿਯਮ ਸਨ, ਜਿਨ੍ਹਾਂ ਦੀ ਪਾਲਣਾ ਅਤੇ ਜਾਂਚ ਕਰਨੀ ਪੈਂਦੀ ਸੀ। ਹੁਣ ਇੱਕ ਸਮਾਨ ਟੈਕਸ ਦਰ ਅਤੇ ਦੇਸ਼-ਵਿਆਪੀ ਪ੍ਰਣਾਲੀ ਦੇ ਨਾਲ ਇੱਕ ਪ੍ਰਭਾਵਸ਼ਾਲੀ ਆਈ.ਟੀ. ਸਿਸਟਮ ਦੇ ਸਮਰਥਨ 'ਚ ਟੈਕਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਕੰਮ ਆਸਾਨ ਹੋ ਜਾਵੇਗਾ। ਨੰਬਰ 2. ਇੱਕ ਵਿਆਪਕ ਟੈਕਸ ਆਡਿਟ ਅਤੇ ਸਮਰਪਿਤ ਇੱਟ ਦੀ ਨਿਰੰਤਰ ਨਿਗਰਾਨੀ। ਸਿਸਟਮ ਇਹ ਯਕੀਨੀ ਬਣਾਉਣਗੇ ਕਿ ਟੈਕਸ ਗੈਰ ਪਾਲਣਾ ਨੂੰ ਆਸਾਨੀ ਨਾਲ ਫੜਿਆ ਜਾਵੇ। ਨੰਬਰ 3. ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਟੈਕਸ ਪ੍ਰਬੰਧਨ ਦੀ ਇੱਕ ਆਨਲਾਈਨ ਪ੍ਰਣਾਲੀ ਦੇ ਕਾਰਨ ਟੈਕਸ ਉਗਰਾਹੀ ਦੀ ਲਾਗਤ ਕਾਫੀ ਘਟ ਜਾਵੇਗੀ। ਸਿੱਟੇ ਵਜੋਂ ਸਰਕਾਰ ਰਾਜਾਂ ਨਾਲੋਂ ਵੱਧ ਮਾਲੀਆ ਇਕੱਠਾ ਕਰੇਗੀ। ਅੰਤਮ ਖਪਤਕਾਰ ਨੂੰ ਲਾਭ। ਨੰਬਰ 1. ਆਧੁਨਿਕ ਸਮੇਂ ਵਿੱਚ ਦੇਸ਼ ਵਿੱਚ ਬਹੁਤ ਸਾਰੀਆਂ ਵਸਤਾਂ ਅਤੇ ਸੇਵਾਵਾਂ ਹਨ, ਜੋ ਲੁਕਵੇਂ ਟੈਕਸਾਂ ਦੀ ਲਾਗਤ ਨਾਲ ਭਰੀਆਂ ਹੋਈਆਂ ਹਨ। ਇਕਸਾਰ ਟੈਕਸ ਢਾਂਚੇ ਅਤੇ ਹਰ ਪੜਾਅ ਤੇ ਇਨਪੁਟ ਟੈਕਸ ਕ੍ਰੈਡਿਟ ਦੀ ਉਪਲਬਧਤਾ ਨਾਲ ਵਸਤੂਆਂ ਦੀ ਕੀਮਤ ਵਿੱਚ ਪਾਰਦਰਸ਼ਤਾ ਲਿਆਉਣਾ ਸੰਭਵ ਹੋਵੇਗਾ। ਨੰਬਰ 2. ਜ਼ਿਆਦਾਤਰ ਪਦਾਰਥਾਂ ਤੇ ਸਮੁੱਚੇ ਟੈਕਸ ਦਾ ਬੋਝ ਘਟ ਜਾਵੇਗਾ। ਮਹੱਤਵਪੂਰਨ ਤੌਰ ਤੇ ਐਸਐਮਈ ਤੇ ਐਮਐਸਐਮਈ ਦੇ ਕੀ ਲਾਭ ਹਨ? ਨੰਬਰ 1. ਰੁਪਏ ਦੇ ਕੁੱਲ ਟਰਨਓਵਰ ਵਾਲੇ ਟੈਕਸਦਾਤਾ।
250 ਕਰੋੜ ਨੂੰ 25% ਦੀ ਟੈਕਸ ਦਰ ਅਦਾ ਕਰਨੀ ਪੈਂਦੀ ਹੈ ਅਤੇ ਜਿਨ੍ਹਾਂ ਦੀ ਟਰਨਓਵਰ ਰੁਪਏ ਤੋਂ ਵੱਧ ਹੈ 250 ਕਰੋੜ ਤੇ 30% ਦੀ ਟੈਕਸ ਦੇਣਾ ਪੈਂਦਾ ਹੈ। ਨੰਬਰ 2 ਥ੍ਰੈਸ਼ਹੋਲਡ ਛੋਟ ਲਈ ਯੋਗ ਸਾਰੇ ਟੈਕਸਦਾਤਾਵਾਂ ਕੋਲ ਇਨਪੁਟ ਟੈਕਸ ਕ੍ਰੈਡਿਟ ITC ਲਾਭਾਂ ਨਾਲ ਟੈਕਸ ਭਰਨ ਦਾ ਵਿਕਲਪ ਹੋਵੇਗਾ। ਨੰਬਰ 3 ਸੇਵਾ ਖੇਤਰ ਵਿੱਚ SMEs ਨੂੰ ਕੋਈ ਛੋਟ ਜਾਂ ਰਿਆਇਤਾਂ ਨਹੀਂ ਮਿਲਦੀਆਂ। ਰਿਆਇਤਾਂ ਸਿਰਫ SME ਉਤਪਾਦਕਾਂ ਲਈ ਹਨ। ਭਾਰਤ ਵਿੱਚ ਨਿਰਮਿਤ ਹਰੇਕ ਉਤਪਾਦ ਤੇ ਕੁੱਲ ਟੈਕਸ 27 ਤੋਂ 31 ਦੇ ਵਿਚਕਾਰ ਹੈ, ਜੋ ਕਿ 20% ਹੈ। ਨੰਬਰ 4 1.5 ਕਰੋੜ ਰੁਪਏ ਤੱਕ ਦੇ ਟਰਨਓਵਰ ਵਾਲੇ SMEs ਆਬਕਾਰੀ ਛੋਟ ਦਾ ਲਾਭ ਲੈ ਰਹੇ ਸਨ, ਪਰ ਰਾਜ ਦੇ ਕਾਨੂੰਨ ਅਧੀਨ ਵੈਟ CST ਐਂਟਰੀ ਟੈਕਸ ਆਦਿ ਦੇ ਅਧੀਨ ਸਨ। ਗੌਰਤਲਬ ਹੈ ਕਿ ਇਸ ਛੋਟ ਦਾ ਮਤਲਬ ਇਹ ਨਹੀਂ ਹੈ ਕਿ ਪੂਰੇ 1.5 ਕਰੋੜ ਰੁਪਏ ਐਕਸਾਈਜ਼ ਤੋਂ ਮੁਕਤ ਹਨ।